ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਸਮੇਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਖੂਬ ਚਰਚਾ ਦਾ ਮਾਹੌਲ ਗਰਮ ਹੈ। ਐਸਜੀਪੀਸੀ, ਅਕਾਲੀ ਦਲ, ਬੀਜੇਪੀ, ਆਮ ਆਦਮੀ ਪਾਰਟੀ ਹੋਵੇ ਜਾਂ ਹੋਰ ਜਿਹੜੀਆਂ ਪੋਲੀਟੀਕਲ ਕਾਂਗਰਸ ਸਣੇ ਜਮਾਤਾਂ ਨੇ, ਵੱਖੋ ਵੱਖਰੇ ਪ੍ਰਤੀਕਰਮ ਇੱਕ ਤਰੀਕੇ ਨਾਲ ਨਜ਼ਰ ਆ ਰਹੇ ਨੇ। ਅੱਜ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਸਮਝਣ ਦੀ ਔਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਪੰਥਕ ਤੌਰ ਦੇ ਉੱਤੇ ਤੇ ਪੋਲੀਟੀਕਲ ਤੌਰ ਦੇ ਉੱਤੇ ਮੌਜੂਦਾ ਸਥਿਤੀ ਕੀ ਹੈ ਔਰ ਐਸਜੀਪੀਸੀ ਦੀ ਨਜ਼ਰ ਦੇ ਨਾਲ, ਐਸਜੀਪੀਸੀ ਦੇ ਨਜ਼ਰੀਏ ਦੇ ਨਾਲ ਉਸ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ, ਖਾਸ ਤੌਰ ਤੇ ਜੋ ਇੰਡੀਆ ਕੈਨੇਡਾ ਦੇ ਵਿਚਾਲੇ ਪੂਰਾ ਵਿਵਾਦ ਗਰਮਾਇਆ ਹੋਇਆ ਹੈ। ਸਾਡੇ ਨਾਲ ਖਾਸ ਮਹਿਮਾਨ ਜੁੜ ਰਹੇ ਨੇ ਅੱਜ ਐਸਜੀਪੀਸੀ ਦੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਤੁਹਾਡਾ। ਮੈਂ ਆਪਣੇ ਇੰਟਰੋ ਦੇ ਵਿੱਚ ਜ਼ਿਕਰ ਕਰ ਦਿੱਤਾ, ਇਸ ਕਰਕੇ ਮੈਂ ਸ਼ੁਰੂਆਤ ਉੱਥੇ ਹੀ ਕਰਾਂਗਾ। ਐਸਜੀਪੀਸੀ ਇੰਡੀਆ ਕੈਨੇਡਾ ਦੇ ਰਿਲੇਸ਼ਨਸ ਨੂੰ ਕਿਵੇਂ ਦੇਖ ਰਹੀ ਹੈ? ਖਾਸ ਤੌਰ ਤੇ ਆਪਾਂ ਸਾਰੇ ਜਾਣਦੇ ਹਾਂ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ, ਉਸ ਤੋਂ ਬਾਅਦ ਦੀ ਬਹੁਤ ਸਾਰੀਆਂ ਟਿੱਪਣੀਆਂ ਜਾਂ ਬਹੁਤ ਸਾਰੇ ਜਿਹੜੀਆਂ ਖਬਰਾਂ ਨੇ ਸਾਹਮਣੇ ਆਈਆਂ। ਐਸਜੀਪੀਸੀ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਹੌਲ ਨੂੰ? ਦੇਖੋ ਗੌਰਵ ਜੀ, ਇੱਕ ਤੁਸੀਂ ਦੋ ਨਾਂ ਲਏ ਆ, ਇੱਕ ਇੰਡੀਆ ਦਾ ਤੇ ਕੈਨੇਡਾ ਦਾ ਤੇ ਇੱਕ ਐਸਜੀਪੀਸੀ ਦਾ। ਮੈਨੂੰ ਲੱਗਦਾ ਆਪਾਂ ਇੰਡੀਆ ਤੋਂ ਸ਼ੁਰੂ ਕਰਾਂਗੇ। ਜਿਹੜਾ ਇਹ ਦੇਸ਼ ਆ ਜਿਹਦੇ ਬਾਰੇ ਸਾਨੂੰ ਬੜੇ ਸਵਾਲ ਕੀਤੇ ਜਾਂਦੇ ਨੇ, ਅਸੀਂ ਬੜੇ ਸਪਸ਼ਟ ਵੀ ਚੱਲਦੇ ਹਾਂ। ਇਹ ਜਿਹੜਾ ਦੇਸ਼ ਆ, ਇਸ ਦੇਸ਼ ਨੂੰ ਯਾਦ ਅਸੀਂ ਕਰਵਾਇਆ, ਬਿਲਕੁਲ ਅਸੀਂ ਮਾਣ ਕਰਦੇ ਹਾਂ। ਇਹ ਧਰਤੀ ਹੈ ਜਿੱਥੇ ਸਿੱਖੀ ਦਾ ਜਨਮ ਹੋਇਆ, ਜਿੱਥੇ ਸਿੱਖੀ ਵਧੀ ਫੁੱਲੀ। ਗੁਰੂ ਸਾਹਿਬ ਨੇ ਇੱਥੇ ਰਹਿ ਕੇ ਸਾਨੂੰ ਇੱਕ ਸੰਦੇਸ਼ ਦਿੱਤਾ। 1699 ਦੀ ਵਿਸਾਖੀ ਨੂੰ ਖਾਲਸੇ ਦਾ ਜਿਹੜਾ ਜਨਮ ਹੁੰਦਾ ਜੀ। ਤੇ ਇਹ ਧਰਤੀ ਸਾਡੇ ਲਈ ਉਨੀ ਹੀ ਪਿਆਰੀ ਆ ਜਿੰਨੀ ਕਿਸੇ ਦੇਸ਼ ਦੇ ਹੋਰ ਨਾਗਰਿਕ ਲਈ ਪਿਆਰੀ ਆ। ਇੱਕ ਤਾਂ ਗੱਲ ਇਹ ਕਲੀਅਰ ਕਰ ਦਈਏ ਜੀ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ, ਤੇ ਭਾਵੇਂ ਕਿ ਇਸ ਗੱਲ ਨੂੰ ਜਦੋਂ ਤੁਸੀਂ ਸਵਾਲ ਪੁੱਛੋਗੇ ਤੁਸੀਂ ਨਾਗਰਿਕ ਕਿਸ ਤਰ੍ਹਾਂ ਦੇ ਆ, ਉਹ ਸਾਡਾ ਦਿਲ ਜਿਹੜਾ ਵਾ ਉਹ ਦੁਖਦਾ ਵਾ। ਉਹ ਗੱਲ ਲੰਬੀ ਆ, ਉਹ ਲੰਬੀ ਨਹੀਂ, ਮਤਲਬ ਜਦ ਤੁਸੀਂ ਮੈਨੂੰ ਪੁੱਛੋਗੇ, ਨਾਗਰਿਕਾਂ ਦੀ ਵੀ ਕੈਟਾਗਰੀ ਆ ਨਾ। ਇੱਕ ਨਾਗਰਿਕ ਇਸ ਗੱਲ ਨੂੰ ਮਾਣ ਕਰਦੇ ਆ, ਕਹਿੰਦੇ ਜੀ ਸਾਡਾ ਹਿੰਦੂ ਰਾਸ਼ਟਰ ਬਣਨਾ। ਇੱਕ ਨਾਗਰਿਕ ਇਹ ਆ ਕਿ ਸਿਰ ਵੱਧ ਦਿੱਤੇ ਨੇ, ਅਸੀਂ ਕੁਰਬਾਨੀ ਬੜੀ ਕੀਤੀ ਆ, ਤੇ ਸਾਨੂੰ ਇੱਥੇ ਜਿਹੜਾ ਇੱਥੋਂ ਦੀ ਨਿਆਂਪਾਲਿਕਾ ਜਾਂ ਇੱਥੋਂ ਦੀਆਂ ਸਰਕਾਰਾਂ, ਉਹ ਚਾਹੇ ਕਾਂਗਰਸ ਆਉਂਦੀ ਆ ਚਾਹੇ ਹੁਣ ਬੀਜੇਪੀ ਆਉਂਦੀ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਿੱਖਾਂ ਨੂੰ ਭੰਡਣ ਦੀ ਗੱਲ ਕਰਦੀ ਆ। ਪਰ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। ਸਾਨੂੰ ਦੁੱਖ ਹੈ ਕਿ ਪਾਕਿਸਤਾਨ ਤੋਂ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਜਿਨ੍ਹਾਂ ਦੀ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਉਹ ਸਾਤੋਂ ਵਿਛੜੇ, ਸਾਨੂੰ ਦੁੱਖ ਹੈ। ਇਸ ਕਰਕੇ ਇਹ ਗੱਲ ਕਲੀਅਰ ਕਰ ਦਈਏ ਕਿ ਅਸੀਂ ਇਸ ਵਿਚਾਰਧਾਰਾ ਦੇ ਹਾਂ ਕਿ ਅਸੀਂ ਇਹ ਦੇਸ਼ ਸਾਨੂੰ ਪਹਿਲਾਂ ਵਾ। ਤੇ ਦੂਸਰੀ ਤੁਹਾਡੀ ਕੈਨੇਡਾ ਦੀ ਗੱਲ ਆਉਂਦੀ ਆ। ਕੈਨੇਡਾ ਦਾ ਜਿਹੜਾ ਮਸਲਾ ਵਾ ਉਹ ਸਿੱਖ ਵਰਸਸ ਬਣਾ ਦਿੱਤਾ ਜਾਂਦਾ, ਭਾਵੇਂ ਕਿ ਇੱਕ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਆਪਣੇ ਦੇਸ਼ ਦੇ ਨਾਗਰਿਕ ਵਾਸਤੇ ਇੱਕ ਆਵਾਜ਼ ਉਠਾ ਰਿਹਾ। ਉਹਦੀ ਹੁਣ ਬਣਤਰ ਇਹ ਪੇਸ਼ ਕਰ ਦਿੱਤੀ ਗਈ ਆ ਕਿ ਇਹ ਜਿਹੜਾ ਵਾ ਇਹ ਕੋਈ ਸਿੱਖ ਵਰਸਸ ਹਿੰਦੂ ਮਸਲਾ ਵਾ, ਜਦੋਂ ਕਿ ਸਿੱਖ ਵਰਸਸ ਹਿੰਦੂ ਮਸਲਾ ਨਹੀਂ ਹੈ। ਕੈਨੇਡਾ ਵਾਲੀ ਗੱਲ ਇਹ ਆ। ਤੀਸਰੀ ਗੱਲ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਆ। ਦੇਖੋ, ਸ਼੍ਰੋਮਣੀ ਕਮੇਟੀ ਇੱਕ ਐਸੀ ਸੰਸਥਾ ਹੈ ਜਿਹੜੀ ਸੰਸਥਾ 100 ਸਾਲ ਤੋਂ ਕੰਮ ਕਰ ਰਹੀ ਆ, ਗੁਰਦੁਆਰਾਂ ਦੇ ਪ੍ਰਬੰਧ ਕਰ ਰਹੀ ਆ, ਗੁਰੂ ਦੇ ਸਿਧਾਂਤ ਦਾ ਪ੍ਰਚਾਰ ਕਰ ਰਹੀ ਆ, ਮਾਨਵਤਾ ਦੇ ਭਲੇ ਦੀ ਸੇਵਾ ਕਰ ਰਹੀ ਆ। ਇੱਕ ਚੁਣੀ ਹੋਈ ਸੰਸਥਾ ਵਾ ਜਿਹੜੀ ਸਾਡੇ ਦੇਸ਼ ਦੇ ਕਾਨੂੰਨ ਦੇ ਅਧੀਨ ਵੋਟਾਂ ਹੁੰਦੀਆਂ ਨੇ ਤੇ ਉਹਨਾਂ ਦੇ ਮੁਤਾਬਕ ਹੀ ਇਹ ਸਾਰਾ ਕੁਝ ਹੁੰਦਾ। ਜੇ ਕੋਈ ਫੈਸਲਾ ਆਉਣਾ, ਤਰਮੀਮ ਕਰਨੀਆਂ, ਤੇ ਦੇਸ਼ ਦੀ ਪਾਰਲੀਮੈਂਟ, ਰਾਜ ਸਭਾ ਜਿਹੜੀ ਆ ਤੇ ਜਿਹੜੀ ਪਾਰਲੀਮੈਂਟ ਉਹ ਕਰਦੀ ਆ। ਇਸ ਕਰਕੇ ਅਸੀਂ ਜੁੜੇ ਹੋਏ ਆ। ਪਰ ਦੂਜਾ ਪੱਖ ਇਹ ਹੈ ਕਿ ਕੁੱਲ ਦੁਨੀਆ ਦੇ ਅੰਦਰ ਜਦੋਂ ਵੀ ਕੋਈ ਸਿੱਖਾਂ ਦਾ ਮਸਲਾ ਬਣਦਾ ਤਾਂ ਉਸ ਸ਼੍ਰੋਮਣੀ ਕਮੇਟੀ ਵੱਲ ਦੇਖਦੇ ਆ। ਭਾਵੇਂ ਹਰਿਆਣਾ ਕਮੇਟੀ ਬਣ ਗਈ, ਦਿੱਲੀ ਕਮੇਟੀ ਬਣ ਗਈ, ਮੈਂ ਅੱਜ ਦੇ ਵਿਸ਼ੇ 'ਚ ਨਹੀਂ ਪਾਵਾਂਗਾ, ਪਰ ਉਹ ਲੋਕ ਇਹ ਸੋਚਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹ ਆਸ ਕਰਦੇ ਨੇ ਕਿ ਇਹਨਾਂ ਮਸਲਿਆਂ 'ਚ ਆਵੇ। ਤੇ ਅੱਜ ਤੱਕ ਗੁਰੂ ਦੀ ਕਿਰਪਾ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ, ਛੇਵੇਂ ਪਾਤਸ਼ਾਹ ਦੀ ਕਿਰਪਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਨੀਆ ਵਿੱਚ ਸਿੱਖਾਂ ਦਾ ਕਿਤੇ ਵਿਵਾਦ ਪੈਦਾ ਹੋਇਆ, ਚਾਹੇ ਦਸਤਾਰ ਦਾ ਹੋਇਆ, ਚਾਹੇ ਪਛਾਣ ਦਾ ਹੋਇਆ, ਚਾਹੇ ਕੁਛ ਵੀ ਆ, ਉਸ ਗੱਲ ਲਈ ਸ਼੍ਰੋਮਣੀ ਕਮੇਟੀ ਨੇ 7 ਸਮੁੰਦਰ ਪਾਰ ਦੇਸ਼ ਦੀ ਸਰਹੱਦ ਤੋਂ ਬਾਹਰ ਜਾ ਕੇ ਵੀ ਮਸਲੇ ਨੂੰ ਹੱਲ ਕਰਾਇਆ ਤੇ ਸਿੱਖਾਂ ਦੀ ਗੱਲ ਕੀਤੀ ਆ। ਇਸ ਕਰਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਲਈ ਦੇਸ਼ ਬਾਰੇ ਮੈਂ ਦੱਸਤਾ ਕਿ ਸਾਡੀ ਕੀ ਪਰਿਭਾਸ਼ਾ, ਦੂਸਰੀ ਧਰਤੀ ਬਾਰੇ ਕੀ ਪਰਿਭਾਸ਼ਾ, ਤੇ ਸ਼੍ਰੋਮਣੀ ਕਮੇਟੀ ਦਾ ਆਪਣਾ ਫਰਜ਼ ਇਹ ਆ ਕਿ ਸਿੱਖਾਂ ਦੇ ਮਸਲੇ ਨੂੰ ਲੈ ਕੇ ਹਮੇਸ਼ਾ ਫਿਕਰਮੰਦ ਆ ਤੇ ਰਹਿਣੀ ਵੀ ਚਾਹੀਦੀ ਆ, ਕਿਉਂਕਿ ਸਿੱਖ ਇਸ ਤੋਂ ਆਸ ਕਰਦੇ ਆ। ਠੀਕ ਹੈ, ਚਲੋ ਮੈਂ ਨਿੱਜਰ ਵਾਲੇ ਪਾਸੇ ਜਾਵਾਂਗਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਲੱਗਦਾ ਹੈ ਕਿ ਇਹ ਪੂਰਾ ਇੰਡੀਆ ਕੈਨੇਡਾ ਦਾ ਵਿਵਾਦ ਹਿੰਦੂ ਵਰਸਸ ਸਿੱਖ ਹੋ ਗਿਆ? ਕਿਹੜੇ ਪੁਆਇੰਟ ਤੇ ਉੱਤੇ ਜਾ ਕੇ ਤੁਹਾਨੂੰ ਲੱਗ ਰਿਹਾ ਕਿ ਕਿਹੜੀਆਂ ਸਟੇਟਮੈਂਟਸ ਨੇ ਜਿਹੜੀਆਂ ਤੁਹਾਨੂੰ ਲੱਗ ਰਿਹਾ ਕਿ ਇਹ ਤਾਂ ਜਿਹੜਾ ਖਾਲਿਸਤਾਨ ਦਾ ਮੁੱਦਾ ਇਹ ਪੂਰਾ ਸਿੱਖਾਂ ਦੇ ਨਾਲ ਜੋੜ ਦਿੱਤਾ ਗਿਆ, ਜਾਂ ਇਹਨਾਂ ਨੂੰ ਐਂਟੀ ਨੈਸ਼ਨਲਿਸਟ ਬਣਾ ਦਿੱਤਾ ਗਿਆ, ਜਾਂ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਸ ਪੁਆਇੰਟ ਦੇ ਉੱਤੇ ਤੁਹਾਨੂੰ ਜਾ ਕੇ ਲੱਗ ਰਿਹਾ ਕਿ ਇਹ ਤਾਂ ਸਿੱਖਾਂ ਐਂਟੀ ਸਿੱਖ ਗੱਲ ਹੋ ਰਹੀ ਹੈ? ਦੇਖੋ, ਗੱਲ ਭਾਵੇਂ ਬਹੁਤ ਦੇਰ
ਪੁਰਾਣੀ ਨਹੀਂ ਹੈ, ਹੂੰ। ਇਹ ਜਿਹੜਾ ਸਾਡਾ ਕਿਸਾਨ ਮੋਰਚਾ ਸੀ ਜੀ ਉਸ ਤੋਂ ਬਾਅਦ ਇਹ ਕੜੱਤਨ ਜਿਹੜੀ ਆ ਮੋਦੀ ਵਰਸਸ ਸਿੱਖ ਜਿਹੜੀ ਆ ਉਹ ਦੇਖਣ ਵਿੱਚ ਆਈ। ਠੀਕ ਹੈ। ਭਾਵੇਂ ਕਿ ਹੁਣ ਵੀ ਇੱਕ ਦਰਸ਼ਨ ਸਿੰਘ ਹੂੰ ਜਿਹੜਾ ਨਾਮ ਦਾ ਜਿਹੜਾ ਬੰਦਾ ਜਿਹਨੂੰ ਪਹਿਲਾਂ ਡਿਨਾਈ ਕਰਤਾ ਸੀ ਵੀਜ਼ਾ ਤੋਂ ਹੂੰ ਕਿ ਨਾ ਉਹ ਆਏ ਆ, ਉਹਨਾਂ ਨੂੰ ਪਦਮ ਸ਼੍ਰੀ ਵੀ ਦਿੱਤਾ, ਚੰਗੀ ਗੱਲ ਆ, ਅਸੀਂ ਉਹਨੂੰ ਠੀਕ ਕਰਦੇ ਹਾਂ। ਪਰ ਕੀ ਆ ਵੀ ਇੱਕ ਟਕਰਾਅ ਪੈਦਾ ਹੋ ਗਿਆ ਹੂੰ ਜਦੋਂ ਮੋਦੀ ਸਾਹਿਬ ਬਾਹਰਲੇ ਦੇਸ਼ਾਂ 'ਚ ਜਾਂਦੇ ਆ, ਹੂੰ ਕਿਉਂਕਿ ਮੋਦੀ ਸਾਹਿਬ ਅਸੀਂ ਨਹੀਂ ਕਹਿੰਦੇ ਕਿ ਦੇਸ਼ ਤਰੱਕੀ ਨਾ ਕਰੇ, ਦੇਸ਼ ਕਹਿੰਦੇ ਵਿਸ਼ਵ ਗੁਰੂ ਬਣ ਜਾ ਰਿਹਾ, ਜਾਵੇ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਇਹਦੀ ਬੁਨਿਆਦ ਦੇ ਵਿੱਚ ਖੜੇ ਹਾਂ। ਬਿਲਕੁਲ। ਉਹ ਜਦੋਂ ਬਾਹਰ ਹੁੰਦਾ ਤੇ ਕੜਤਨ ਪੈਦਾ ਹੋ ਗਈ। ਪਿਛਲੇ ਕਾਫੀ ਸਮੇਂ ਤੋਂ ਹੂੰ ਦੇਸ਼ ਦੇ ਅੰਦਰ ਵੀ ਤੇ ਵਿਦੇਸ਼ ਦੇ ਅੰਦਰ ਵੀ ਸਿੱਖਾਂ ਦੇ ਖਿਲਾਫ ਇੱਕ ਮਾਹੌਲ ਪ੍ਰੇਰਿਤ ਕੀਤਾ ਜਾਂਦਾ। ਹੁਣ ਲੰਬੀ ਗੱਲ ਨਹੀਂ ਕਰਨੀ, ਮੈਂ ਇੱਕੋ ਹੀ ਗੱਲ ਕਰਦਾ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਸਾਡੇ ਤੇ ਦੋਸ਼ ਲੱਗਦਾ, ਕੈਨੇਡਾ ਵਿੱਚ ਵੀ ਹੋਰ ਥਾਂ ਵੀ ਦੋਸ਼ ਲੱਗਦਾ ਕਿ ਜਿਹੜੇ ਆ ਸਿੱਖਾਂ ਨੇ ਹਿੰਦੂ ਮੰਦਿਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲੈ ਕੇ ਉਦੋਂ 10 ਦਿਨ ਬਾਅਦ ਮੋਦੀ ਸਾਹਿਬ ਨੇ ਉੱਥੇ ਜਾਣਾ ਸੀ। ਉਸ ਤੋਂ ਬਾਅਦ ਜਦੋਂ ਉਹਦੀ ਪੜਤਾਲ ਕੀਤੀ ਕਿ ਸਿੱਖਾਂ ਨੇ ਕਰਵਾਈ ਵੀ ਇਹ ਤਾਂ ਦੇਖੋ ਜੀ ਚੈੱਕ ਕਰੋ, ਉਹਨਾਂ ਨੇ ਚੈੱਕ ਕੀਤਾ ਤੇ ਤੁਸੀਂ ਵੀ ਦੇਖਦੇ ਹੋ ਕਿ ਅਫੀਸ਼ੀਅਲੀ ਉਹਨਾਂ ਦੀ ਬਿਆਨਬਾਜ਼ੀ ਇਨਵੈਸਟੀਗੇਸ਼ਨ 'ਚੋਂ ਆਉਂਦਾ ਹੈ ਕਿ ਮੰਦਿਰ ਦੇ ਪ੍ਰਬੰਧਕ ਹੀ ਇਸ ਗੱਲ ਵਿੱਚ ਸ਼ਾਮਲ ਨੇ। ਜੀ ਸਪੈਸ਼ਲ ਨੋਟ ਲਿਖਿਆ ਜਾਂਦਾ ਕਿ 6:30 ਵਜੇ CCTV ਬੰਦ ਕਰ ਦਿੱਤੇ ਗਏ। ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇਸ ਸੰਬੰਧ ਦੇ ਵਿੱਚ ਟੋਰਾਂਟੋ ਦੇ ਵਿੱਚ ਗੁਰਦੁਆਰਾ ਦੀਆਂ ਜਿਹੜੀਆਂ ਕਮੇਟੀਆਂ ਇੱਕ ਜੀ ਉਹਨਾਂ ਨੇ $15,000 ਦਾ ਨਾਮ ਰੱਖਿਆ ਕਿ ਕੋਈ ਬੰਦਾ ਇਹ ਗੱਲ ਸ਼ੋਅ ਕਰੇ ਕਿ ਅਸੀਂ ਇਹ ਕੀ ਨਾ ਮੰਦਿਰ ਦੇ ਖਿਲਾਫ ਲਿਖਿਆ। ਦੇਖੋ ਇੱਕ ਗੱਲ ਮੈਂ ਕਲੀਅਰ ਹੈ, ਇਹਦੀ ਗੱਲ ਕਲੀਅਰ ਕਰਕੇ ਅੱਗੇ ਚੱਲਾਂਗਾ। ਸਿੱਖ ਮਾਨਸਿਕਤਾ ਕਦੇ ਨਹੀਂ ਕਿਸੇ ਦਾ ਮੰਦਿਰ ਢਾਉਂਦੀ, ਕਦੇ ਕਿਸੇ ਦਾ ਮਸਜਿਦ ਜਾਂ ਗਿਰਜਾ ਨਹੀਂ ਢਾਉਂਦੀ, ਤੇ ਕਦੇ ਵੀ ਅੱਜ ਤੱਕ ਹਿਸਟਰੀ ਲਾ ਲਓ 75 ਸਾਲ ਦੀ ਕਿ ਸਿੱਖਾਂ ਨੇ, ਆਵਾਮ ਨੇ, ਭੀੜ ਨੇ ਇਕੱਠੇ ਹੋ ਕੇ ਕਿਸੇ ਨੂੰ ਮਾਰਿਆ ਹੋਵੇ ਤੇ ਵਿਸ਼ੇਸ਼ ਕਰਕੇ ਕਦੇ ਹਿੰਦੂ ਨੂੰ ਮਾਰਿਆ ਹੋਵੇ। ਇਹ ਗੱਲ ਸਾਨੂੰ ਮੰਨਣੀ ਪਏਗੀ। ਮੈਂ ਇੱਕ ਹੋਰ ਸਵਾਲ ਪੁੱਛਦਾ, ਮੈਂ ਸਿੱਧੇ ਤੌਰ ਦੇ ਉੱਤੇ ਪੁੱਛਦਾ ਕਿ ਖਾਲਿਸਤਾਨੀ ਔਰ ਸਿੱਖ ਦੋਵਾਂ ਦੇ ਵਿੱਚ ਕੋਈ ਫਰਕ ਹੈ ਜਾਂ ਇੱਕੋ ਗੱਲ ਹੈ? ਦੇਖੋ ਇਹ ਸਾਨੂੰ ਇਹੀ ਤਾਂ ਸਮਝਣਾ ਪਏਗਾ। ਮੈਂ ਉਹੀ ਕਹਿ ਰਿਹਾ ਕਿ ਇੱਕ ਪਾਸੇ ਮੰਦਿਰ ਦੇ ਬਾਹਰ ਆਸਟ੍ਰੇਲੀਆ ਵਾਲਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਇਲਜ਼ਾਮ ਲੱਗੇ ਕਿ ਕਿਸੇ ਖਾਲਿਸਤਾਨੀ ਨੇ, ਕਿਸੇ ਗਰਮ ਖਿਆਲੀ ਨੇ ਲਿਖ ਦਿੱਤਾ ਜਾਂ ਕਿਸੇ ਸਿੱਖ ਨੇ ਲਿਖ ਦਿੱਤਾ। ਦੋਵਾਂ 'ਚ ਬੜਾ ਅੰਤਰ, ਮੇਰੀ ਸਮਝ ਬਹੁਤ ਅੰਤਰ ਨਜ਼ਰ ਆਉਂਦਾ ਹੈ ਕਿ ਤੁਸੀਂ ਦੋਵਾਂ ਨੂੰ ਇੱਕੋ ਕੈਟਾਗਰੀ ਦੇ ਵਿੱਚ ਰੱਖਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਇਹ ਵੱਖਰੇ ਵੱਖਰੇ ਨੇ? ਹੁਣ ਮੈਂ ਇਹ ਸਵਾਲ ਅੱਗੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਮੈਂ ਖਾਲਿਸਤਾਨ ਦੀ ਮੂਵਮੈਂਟ 'ਚ ਸ਼ਾਮਲ ਨਹੀਂ। ਠੀਕ ਹੈ। ਹਾਲਾਂਕਿ ਮੈਂ ਪਿਛਲੀ ਉਸ ਵੱਡੇ ਸੰਘਰਸ਼ ਦੇ ਵਿੱਚੋਂ ਨਿਕਲ ਕੇ ਆਇਆ, ਪਰ ਖਾਲਿਸਤਾਨ ਦੀ ਮੂਵਮੈਂਟ ਲੜਨ ਵਾਲਿਆਂ ਦੇ ਮੈਂ ਖਿਲਾਫ ਨਹੀਂ ਹੈਗਾ। ਕਾਰਨ ਕੀ ਹੈ ਕਿ ਇਹਦੀ ਬੁਨਿਆਦ ਜਿਹੜੀ ਆ ਉਹਨੂੰ ਪੜ੍ਹਿਆ ਨਹੀਂ ਜਾ ਰਿਹਾ, ਉਹਨੂੰ ਸਿਰਫ ਵਰਤਿਆ ਜਾ ਰਿਹਾ। ਹੁਣ ਖਾਲਿਸਤਾਨ ਦਾ ਮਤਲਬ ਕਿੱਥੋਂ ਸ਼ੁਰੂ ਹੋਇਆ? ਹੁਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਡੇ ਜਿਹੜੇ ਸਿੱਖਾਂ ਦੇ ਕਹਿ ਲਓ ਵੀ ਇੱਕ ਸੰਘਰਸ਼ ਆਗੂ ਰਹੇ। ਠੀਕ ਹੈ। ਉਹਨਾਂ ਨੇ ਕਦੇ ਨਹੀਂ ਸੀ ਕਿਹਾ ਵੀ ਮੈਂ ਖਾਲਿਸਤਾਨ ਲੈਣਾ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਠੀਕ ਹੈ ਨਾ। ਹੁਣ ਗੱਲ ਕੀ ਹੈ ਕਿ ਖਾਲਿਸਤਾਨ ਇੱਕ ਰੋਸ ਦੇ ਵਿੱਚੋਂ ਉਪਜਿਆ ਇੱਕ ਸੰਘਰਸ਼ ਹੈ। ਜਿਹੜੇ ਦੇਸ਼ ਦੇ ਲਈ ਅਸੀਂ ਸਾਰਾ ਕੁਝ ਕੀਤਾ, ਉਸ ਦੇਸ਼ ਦੇ ਵਿੱਚ ਸਾਡੇ ਨਾਲ ਵਿਤਕਰਾ ਹੋਵੇ, ਸਾਡੇ ਦਰਬਾਰ ਸਾਹਿਬ ਨੂੰ ਇਸ ਕਰਕੇ ਢਾਹ ਦਿੱਤਾ ਜਾਵੇ। ਇੰਦਰਾ ਗਾਂਧੀ ਜੀ ਇਹ ਸਮਝਣ ਕਿ ਮੇਰੀ ਸਿਆਸੀ ਜਿਹੜੀ ਧਰਾਤਲ ਉਹ ਖਤਮ ਹੋ ਚੁੱਕੀ ਆ, ਮੈਂ ਸਿੱਖਾਂ ਨੂੰ ਮਾਰ ਦਿਆਂ ਤੇ ਕੁਝ ਲੋਕ ਹਿੰਦੂ ਜਿਹੜੇ ਆ ਉਹ ਬੱਸ ਚੋਂ ਕੱਢ ਕੇ ਮਾਰਦੇ ਆ, ਟ੍ਰੇਨ ਚੋਂ ਕੱਢ ਕੇ ਮਾਰਦੇ ਆ। ਉਹ ਸਾਰੀਆਂ ਏਜੰਸੀਆਂ ਨੇ ਕੀਤਾ, ਹੁਣ ਸਾਰਾ ਪੱਖ ਕਲੀਅਰ ਹੋ ਗਿਆ। ਤੇ ਇੱਥੇ ਮੈਂ ਇਹ ਗੱਲ ਕਹਾਂ ਕਿ ਮੈਂ ਵੇਖੋ ਹਿੰਦੂਆਂ ਨੂੰ ਬਚਾਉਣ ਵਾਸਤੇ ਮੈਂ ਸਿੱਖਾਂ ਦਾ ਜਿਹੜਾ ਅਕਾਲ ਤਖਤ ਢਾਤਾ ਦਰਬਾਰ ਸਾਹਿਬ ਤੇ ਗੋਲੀਆਂ ਨਾਲ ਬਿੰਨਤਾ, ਉਹ ਜਿਹੜੇ ਇੱਕ ਉੱਚੀ ਸੁਰ 'ਚ ਗੱਲ ਕਰਦੇ ਸੀ ਸੰਤ, ਉਹ ਜਿਹੜੇ ਕਿ ਕਿਸੇ ਹਿੰਦੂ ਦੇ ਕਿਸੇ ਉਸ ਵਿਵਾਦ 'ਚ ਨਹੀਂ ਪੈਂਦੇ, ਨਾ ਉਹ ਖਿਲਾਫ ਸੀ, ਗੁਰੂ ਦੇ ਦਿੱਤੇ ਸਿਧਾਂਤ ਤੇ ਚੱਲਦੇ ਸੀ। ਗੁਰੂ ਦੇ ਦਿੱਤੇ ਸਿਧਾਂਤ ਤੇ ਜਿਹੜਾ ਮੁਸਲਮਾਨ ਹੈ, ਨਵਾਬ ਮਲੇਰਕੋਟਲਾ ਮੁਸਲਮਾਨ ਹੈ, ਪਰ ਵਜੀਦ ਖਾਨ ਜਿਹੜਾ ਸਾਹਿਬਜ਼ਾਦਿਆਂ ਨੂੰ ਕਹਿੰਦੇ ਹੁੰਦੇ ਆ ਸ਼ਹੀਦ ਕਰਦਾ ਤੇ ਉਹਦੀ ਲਾਸ਼ ਟੰਗ ਕੇ ਚਰਸੇ 'ਚ ਟੰਗੀ ਜਾਂਦੀ ਆ। ਦੋਨੇ ਮੁਸਲਮਾਨ ਨੇ, ਐਸੀ ਕੋਈ ਗੱਲ ਨਹੀਂ। ਹੁਣ ਮਸਲਾ ਇਹ ਹੈ ਕਿ ਇੱਥੇ ਇੱਕ ਹੱਕਾਂ ਦੀ ਲੜਾਈ ਚੱਲੀ ਜੀ। ਇਸ ਦੇਸ਼ ਦੇ ਅੰਦਰ ਸਾਰੇ ਵਿਤਕਰੇ ਹੋਏ, ਸਾਡੇ ਪਾਣੀ ਵੀ ਖੋਏ, ਸਾਡੇ ਇਲਾਕੇ ਵੀ ਖੋਏ, ਸਾਡੀਆਂ ਛੋਟੀ ਜੀ ਗੱਲ ਕਹਿ ਲਿਆ ਕਿ ਰਾਜਧਾਨੀ ਵੀ ਸਾਡੀ ਖੋਲੀ, ਸਾਡਾ ਮਤਲਬ ਇਹ ਚੀਜ਼ਾਂ ਆਰਥਿਕਤਾ ਤੇ ਇਸ ਪੰਜਾਬ ਤੇ ਹਮਲਾ ਹੋਇਆ। ਇਦੋਂ ਬਾਅਦ ਇੱਕ ਸੰਘਰਸ਼ ਉੱਠਿਆ ਇੱਥੋਂ ਆਪਦੇ ਹੱਕਾਂ ਦਾ। ਉਹ ਹੱਕਾਂ ਦਾ ਸੰਘਰਸ਼ ਚੱਲਦਾ ਚੱਲਦਾ ਅੱਗੇ ਲੰਘ ਗਿਆ। ਇਹ ਗੱਲ ਮੈਨੂੰ ਲੱਗਦਾ ਕਿ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਹਿੰਦੁਸਤਾਨ ਦੇ ਅੰਦਰ ਇਸ ਤਰ੍ਹਾਂ ਦੇ ਹਥਿਆਰਬੰਦ ਸੰਘਰਸ਼ ਹੋਰ ਨਹੀਂ ਚੱਲ ਰਹੇ। ਮੈਂ ਸੰਘਰਸ਼ ਹਥਿਆਰਬੰਦ ਦੇ ਨਾਲ ਸਹਿਮਤ ਨਹੀਂ ਹੈਗਾ। ਤੁਸੀਂ ਦੇਖੋ ਮਾਓਵਾਦੀ ਕੀ ਕਰ ਰਹੇ ਨੇ, ਗੋਰਖਾਲੈਂਡ ਨੇ ਕੀ ਕੀਤਾ, ਹੋਰ ਕੀ ਨਾ ਨਾਗਾਲੈਂਡ ਵਿੱਚ ਸਾਡੇ ਕੀ ਹੋ ਰਿਹਾ, ਮਨੀਪੁਰ ਦੇ ਵਿੱਚ ਕੀ ਹੋ ਰਿਹਾ, ਬੋਡੋਲੈਂਡ ਦੇ ਵਿੱਚ ਕੀ ਹੋ ਰਿਹਾ। ਇੱਕ ਮੂਵਮੈਂਟ ਦੇ ਐਗਜ਼ਾਮਪਲ ਦੇ ਨਾਲ ਦੂਜੀ ਜਸਟੀਫਾਈ ਤਾਂ ਨਹੀਂ ਹੋ ਸਕਦੀ। ਨਹੀਂ, ਮੈਂ ਕਹਿੰਦਾ ਕਿਉਂਕਿ ਉਹ ਵਾਇਲੈਂਸ ਹੋ ਰਹੀ ਹੈ ਤਾਂ ਉਹ ਤਾਂ ਅਸੀਂ ਵਾਇਲੈਂਸ ਦੇ ਨਾਲ ਨਹੀਂ ਸਹਿਮਤ। ਅੱਜ ਵੀ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਜਾਂ ਹਿੰਦੁਸਤਾਨ ਦੀ ਸਰਕਾਰਾਂ ਉਹ ਸਿਮਰਨਜੀਤ ਸਿੰਘ ਮਾਨ ਨੂੰ ਕੀ ਨਾ ਮੰਨ ਰਹੀਆਂ ਨੇ। ਸਿਮਰਨਜੀਤ ਸਿੰਘ ਮਾਨ ਇੱਥੇ ਇਸ ਹਿੰਦੁਸਤਾਨ 'ਚ ਉਹ ਕਹਿੰਦੇ ਵੀ ਤੁਸੀਂ ਲੋਕਤੰਤਰ ਹੈ ਨਾ, ਉਹਨਾਂ ਨੂੰ ਗੱਲ ਰੱਖਣ ਦੀ ਹੱਕ ਹੈ, ਗੱਲ ਰੱਖਣ ਦਾ ਇਲੈਕਸ਼ਨ ਲੜਨ ਦਾ ਹੱਕ ਹੈ, ਜਿੱਤ ਗਏ ਸੰਗਰੂਰ ਦੇ ਵਿੱਚ ਜਿੱਤ ਗਏ। ਸੋ ਮੈਂ ਤਾਂ ਇਹ ਗੱਲ ਕਰਦਾ ਕਿ ਇਹ ਵੀ ਇੱਕ ਖਾਲਿਸਤਾਨ ਹੈ। ਮੈਂ ਗਰੇਵਾਲ ਸਾਹਿਬ ਇਸ ਕਰਕੇ ਸਵਾਲ ਪੁੱਛਿਆ ਨਹੀਂ, ਇਹ ਤੇ ਮੈਂ ਕਲੀਅਰ ਕਰ ਰਿਹਾ ਕਿ ਇੱਕ ਖਾਲਿਸਤਾਨ ਜਿਹੜਾ ਪੰਨੂ ਦਾ, ਜਿਹੜਾ ਪੰਨੂ ਬਾਹਰ ਬੈਠਾ, ਜਿਹੜਾ ਮੇਰਾ ਜਾਤੀ ਵਿਚਾਰ ਹੈ
ਕਿ ਉਹਦੀ ਹਰ ਹਰਕਤ ਜਿਹੜੀ ਆ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ ਆਉਂਦੀ ਆ। ਮੈਂ ਤਾਂ ਬੜੀ ਵਾਰ ਇੱਕ ਓਪਨਲੀ ਮੈਂ ਇਹ ਗੱਲ ਤੁਸੀਂ ਗੁਰਪਤਵੰਤ ਸਿੰਘ ਪੰਨੂ ਦਾ ਜ਼ਿਕਰ ਗੁਰਪਤਵੰਤ ਪੰਨੂ ਦੀ ਗੱਲ ਕਰ ਰਿਹਾ ਕਿ ਮੈਂ ਬਾਹਰ ਦੇ ਸਿੱਖਾਂ ਨੂੰ ਵੀ ਇਹ ਗੱਲ ਕਰਦਾ ਕਿ ਜਿਹੜਾ ਕੋਈ ਉੱਥੇ ਕੋਈ ਸਾਡਾ ਐਂਬੈਸਡਰ ਫੜ ਕੇ ਕੁੱਟਤਾ ਤੇ ਕੀ ਬਹਾਦਰੀ ਕੀਤੀ ਅਸੀਂ, ਨਹੀਂ ਕਰਨੀ ਚਾਹੀਦੀ। ਝੰਡਾ ਫੜ ਕੇ ਪਾੜ ਦਿਓਗੇ, ਨਹੀਂ। ਤੁਸੀਂ ਆਪਣੀ ਗੱਲ ਕਿਵੇਂ ਕਰਨੀ ਆ? ਉੱਥੇ ਤੁਹਾਨੂੰ ਉਕਸਾਇਆ ਜਾ ਰਿਹਾ, ਤੁਹਾਨੂੰ ਬਦਨਾਮ ਕੀਤਾ ਜਾ ਰਿਹਾ। ਤੁਹਾਡੀ ਸਥਾਪਤੀ ਆ, ਤੁਹਾਡੀ ਸਥਾਪਤੀ ਨੂੰ ਕਈ ਲੋਕ ਚੈਲੰਜ ਮੰਨ ਰਹੇ ਨੇ, ਸਥਾਪਤੀ ਤੋਂ ਕਈ ਈਗੋ ਕਰ ਰਹੇ ਨੇ। ਤੁਸੀਂ ਆਪਣੀ ਸਥਾਪਤੀ ਬਣਾ ਕੇ ਰੱਖਣੀ ਚਾਹੀਦੀ ਆ, ਨਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ। ਮੇਰਾ ਸਵਾਲ ਇਹ ਸੀਗਾ ਕਿ ਜਦੋਂ ਕੋਈ ਮੂਵਮੈਂਟ ਦੇ ਉੱਤੇ ਉਂਗਲ ਚੁੱਕੀ ਜਾਂਦੀ ਹੈ, ਜਾਂ ਕੋਈ ਗਰਮ ਖਿਆਲੀ ਜਾਂ ਫਿਰ ਕਿਸੇ ਖਾਲਿਸਤਾਨੀ ਦੇ ਉੱਪਰ ਕੋਈ ਉਂਗਲ ਚੁੱਕੀ ਜਾਂਦੀ ਹੈ, ਜਾਂ ਕੋਈ ਇਲਜ਼ਾਮ ਲੱਗਦੇ ਨੇ, ਤਾਂ ਫਿਰ ਤੁਸੀਂ ਇਸ ਤਰੀਕੇ ਨਾਲ ਕਿਉਂ ਦੇਖਦੇ ਹੋ ਕਿ ਸਿੱਖਾਂ ਨੂੰ ਕਹਿ ਦਿੱਤਾ ਗਿਆ? ਉਹ ਇੱਕ ਇਸ ਨਜ਼ਰ ਨਾਲ ਵੀ ਤਾਂ ਦੇਖਿਆ ਜਾ ਸਕਦਾ ਕਿ ਇੱਕ ਅਜਿਹੇ ਸ਼ਖਸ ਨੂੰ ਕਿਹਾ ਜਾ ਰਿਹਾ ਹੈ ਜੋ ਭਾਰਤ ਨੂੰ ਤੋੜਨ ਦੀ ਗੱਲ ਕਰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਹਰ ਗੱਲ ਜਿਹੜੀ ਖਾਲਿਸਤਾਨੀਆਂ ਦੇ ਉੱਪਰ ਬਲੇਮ ਲੱਗਦਾ ਹੈ, ਉਹ ਸਿੱਖਾਂ ਦੇ ਨਾਲ ਜਾ ਕੇ ਜੁੜਨਾ ਚਾਹੀਦਾ ਹੈ? ਵਿਦੇਸ਼ਾਂ ਦੇ ਵਿੱਚ ਕੋਈ ਗੱਲ ਕਰ ਰਿਹਾ ਹੋਵੇ ਇੱਕ ਅਲੱਗ ਹੈ, ਕਿਉਂਕਿ ਉਹਨਾਂ ਨੂੰ ਸਿੱਖ ਭਾਈਚਾਰੇ ਬਾਰੇ ਨਹੀਂ ਪਤਾ। ਜਦੋਂ ਆਪਾਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਜਾਂ ਖਾਲਿਸਤਾਨ ਦੇ ਨਾਲ ਸਿੱਧੇ ਤੌਰ ਤੇ ਜੋੜ ਦਿੰਦੇ ਹਾਂ, ਇਸ ਕਰਕੇ ਲੋਕਾਂ ਨੂੰ ਬੜਾ ਇਤਰਾਜ਼ ਹੁੰਦਾ ਕਿ ਇਸ ਤਾਂ ਖਾਲਿਸਤਾਨੀਆਂ ਦੀ ਜ਼ਿਕਰ ਕਰ ਰਹੇ ਹਾਂ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਲੋਕ ਨੇ ਜਿਹੜੇ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਹਿੰਦੇ ਨੇ ਕਿ ਨਹੀਂ, ਭਾਰਤ ਤੋਂ ਵੱਖ ਹੋਣਾ ਚਾਹੀਦਾ ਪੰਜਾਬ, ਜਾਂ ਖਾਲਿਸਤਾਨ ਨਹੀਂ ਬਣਨਾ ਚਾਹੀਦਾ। ਅਜਿਹਾ ਕਿਉਂ ਹੈ ਕਿ ਜਦੋਂ ਖਾਲਿਸਤਾਨੀਆਂ ਦੇ ਉੱਤੇ ਕੋਈ ਉਂਗਲ ਚੁੱਕੀ ਜਾਂਦੀ ਹੈ ਤਾਂ ਐਸਜੀਪੀਸੀ ਜਾਂ ਹੋਰ ਉਹਨਾਂ ਨੂੰ ਲੱਗਦਾ ਕਿ ਸਿੱਖਾਂ ਨੂੰ ਬੋਲਿਆ ਜਾ ਰਿਹਾ? ਐਵੇਂ ਕਿਉਂ ਹੈ? ਦੇਖੋ, ਇਹੋ ਹੀ ਅੱਜ ਦੀ ਫਿਕਰਮੰਦੀ ਹੈ। ਪੰਜਾਬ ਦੇ ਅੰਦਰ ਬੈਠਾ ਸਿੱਖ ਜਿਹੜਾ ਉਹ ਆਪਦੇ ਹੱਕ ਦੀ ਗੱਲ ਕਰਦਾ ਤਾਂ ਉਹਨੂੰ ਖਾਲਿਸਤਾਨੀ ਬਣਾਇਆ ਜਾਂਦਾ। ਹੱਕ ਦੀ ਗੱਲ ਕਰਨੀ ਕੋਈ ਮਾੜੀ ਨਹੀਂ। ਇੱਕ ਗੱਲ, ਅਰਸ਼ਦੀਪ ਇੱਕ ਕੈਚ ਛੱਡ ਦਿੰਦਾ ਤਾਂ ਉਹਨੂੰ ਪਾਕਿਸਤਾਨ ਦਾ ਏਜੰਟ ਬਣਾਇਆ ਜਾਂਦਾ, ਕਿਉਂਕਿ ਇਹ ਸਿੱਖ ਆ। ਦੱਸੋ ਉਹਨੇ ਕੀ ਅੱਤਵਾਦ ਦੀ ਗੱਲ ਕੀਤੀ ਆ, ਉਹਨੂੰ ਖਾਲਿਸਤਾਨੀ ਤੁਸੀਂ ਬਣਾ ਦਿੰਦੇ ਹੋ। ਇੱਕ ਬੱਚੀ ਜਿਹੜੀ ਆ ਉਹ ਕਿਸੇ ਪ੍ਰੋਗਰਾਮ ਤੋਂ ਆਪਣੇ ਕਹਿੰਦੇ ਹੁੰਦੇ ਫੇਸ ਦੇ ਉੱਤੇ 3 ਰੰਗ ਲੈ ਕੇ ਆ ਜਾਂਦੀ ਆ, ਉਹਦੇ ਨਾਲ ਵਿਵਾਦ 3 ਰੰਗਾਂ ਦਾ ਨਹੀਂਗਾ, ਉਹਦੀ ਪਹਿਰਾਵੇ ਤੇ ਵਿਵਾਦ ਆ। ਅੱਜ ਤੁਸੀਂ ਦੇਖੋ ਕਿ ਹਿੰਦੁਸਤਾਨ ਦੇ ਕਿੰਨੇ ਮੰਦਰਾਂ ਨੇ ਬਾਹਰ ਲੈ ਕੇ ਲਾਤਾ ਕਿ ਇੱਕ ਜਿਹੜੀ ਤੁਹਾਡਾ ਪਹਿਰਾਵਾ ਉਹਦੀ ਇੱਕ ਮਰਜ਼ਾਦਾ ਹੋਏਗੀ। ਠੀਕ ਹੈ, ਬਿਲਕੁਲ ਉੱਥੇ ਕੀਤਾ। ਤੇ ਪਰ ਤੁਸੀਂ ਦੇਖੋ ਕਿ ਕੁੱਲ ਹਿੰਦੁਸਤਾਨ ਦੇ ਅੰਦਰ ਐਸੇ ਤੁਹਾਡੇ ਜਿਹੜੇ ਮੀਡੀਆ ਸੀਗਾ ਉਹਨਾਂ ਨੇ ਇੰਨਾ ਸਿੱਖਾਂ ਨੂੰ ਟਰੋਲ ਕੀਤਾ। ਮਤਲਬ ਤੁਸੀਂ ਵੀ ਉਸ ਸਾਰੀ ਗੱਲ ਨੂੰ ਸਮਝਿਆ, ਤੁਸੀਂ ਦੇਖਿਆ। ਅਸੀਂ ਬੜੀ ਨਿਮਰਤਾ ਨਾਲ ਉਹ ਸਾਰਾ ਕੁਝ ਕੀਤਾ। ਕਾਰਨ ਕੀ ਆ ਕਿ ਸਾਡਾ ਸਿੱਖਾਂ ਦਾ ਕੋਈ ਵੀ ਮੁੱਦਾ ਹੁੰਦਾ, ਉਸ ਮੁੱਦੇ ਨੂੰ ਤੁਸੀਂ ਖਾਲਿਸਤਾਨ ਨਾਲ ਜੋੜ ਦਿੰਦੇ ਹੋ। ਹੁਣ ਉੱਥੇ ਜਿਹੜਾ ਗਿਣੇ ਚੁਣੇ ਲੋਕ ਹੋਣਗੇ ਨਾ, ਕਿ ਆਪਾਂ ਉਂਗਲਾਂ ਤੇ ਗਿਣਨੀ ਅਜਿਹੇ ਲੋਕ ਹੋਣਗੇ, ਜਾਂ ਫਿਰ ਉਹ ਸੋਸ਼ਲ ਮੀਡੀਆ ਤੇ ਜਿਹੜੇ ਬੈਠੇ ਗਿਆਨ ਦਿੰਦੇ ਰਹਿੰਦੇ ਨੇ, ਉਹਨਾਂ ਦੀ ਗੱਲ ਹੁੰਦੀ ਹੈ। ਮੈਂ ਉਹੀ ਕਹਿ ਰਿਹਾ ਕਿ ਜਦੋਂ ਇੰਟੈਲੈਕਚੁਅਲ ਲੈਵਲ ਦੇ ਉੱਪਰ ਗਰੇਵਾਲ ਸਾਹਿਬ ਕੋਈ ਗੱਲ ਆਉਂਦੀ ਹੈ ਤਾਂ ਉਸ ਸਮੇਂ ਕੋਈ ਨਹੀਂ ਕਹਿੰਦਾ ਕਿ ਅਰਸ਼ਦੀਪ ਨੇ ਕੈਚ ਛੱਡ ਦਿੱਤਾ ਤਾਂ ਉਹ ਖਾਲਿਸਤਾਨੀ ਹੋ ਗਿਆ, ਜਾਂ ਉਹ ਲੜਕੀ ਜੇ ਅੱਜ ਟਰਾਈ ਕਲਰ ਲਗਾ ਕੇ ਆ ਗਈ ਤਾਂ ਖਾਲਿਸਤਾਨੀਆਂ ਨੇ ਰੋਕ ਲਿਆ। ਵਿਵਾਦ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਹੈ, ਪਰ ਪੁਆਇੰਟ ਇਹ ਹੈ ਕਿ ਸਾਰਾ ਕੁਝ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹੈ ਨਾ। ਗਰਾਊਂਡ ਤੇ ਤੁਹਾਨੂੰ ਕੁਝ ਨਹੀਂ ਨਜ਼ਰ ਆ ਰਿਹਾ ਕਿ ਅਰਸ਼ਦੀਪ ਨੂੰ ਕਿਸੇ ਨੇ ਘੇਰ ਲਿਆ ਹੋਵੇ, ਪੰਜਾਬ ਦੇ ਵਿੱਚ ਕੋਈ ਆਇਆ ਹੋਵੇ ਜਾਂ ਕਿਤੇ ਹੋਰ ਗਿਆ ਹੋਵੇ, ਅਰਸ਼ਦੀਪ ਦਾ ਕਿਤੇ ਮੁਖਾਲਫਤ ਹੋਈ ਹੋਵੇ। ਨਹੀਂ ਹੁੰਦਾ ਨਾ ਇਸ ਤਰੀਕੇ ਨਾਲ। ਦੇਖੋ, ਇਹ ਅੱਜ ਕੱਲ ਸੋਸ਼ਲ ਮੀਡੀਆ ਹੀ ਸਭ ਤੋਂ ਵੱਡਾ ਹਥਿਆਰ ਹੈ। ਬੰਬ ਚਲਾਉਣ ਨਾਲੋਂ, ਗੋਲੇ ਮਾਰਨ ਨਾਲੋਂ, ਜਹਾਜ਼ ਦੇ ਕੋਈ ਅਟੈਕ ਕਰਨ ਨਾਲੋਂ ਸੋਸ਼ਲ ਮੀਡੀਆ ਸਭ ਤੋਂ ਮਾੜਾ। ਸੋਸ਼ਲ ਮੀਡੀਆ ਸਾਨੂੰ ਕੀ ਮਸਲਾ, ਸਾਡਾ ਮਸਲਾ ਇਹ ਹੈ ਕਿ ਸਾਡੇ ਪ੍ਰਤੀ ਇੱਕ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ। ਕੌਣ ਕਰ ਰਿਹਾ? ਇਹ ਮੀਡੀਆ ਸਾਰਾ ਕਰ ਰਿਹਾ, ਜਿਹਦੇ ਸਰਕਾਰ ਚੁੱਪ ਕਰਕੇ ਬੈਠੀ ਆ, ਥੱਲੇ ਪਾਸੇ ਸ਼ਹਿ ਦੇ ਰਹੀ ਆ। ਇਹੋ ਹੀ ਹੈ ਨਾ। ਹੁਣ ਦੇਖੋ, ਕੋਈ ਵੀ ਮੁੱਦਾ ਪੰਜਾਬ ਦੇ ਤੁਹਾਨੂੰ ਮੀਡੀਆ, ਸੋਸ਼ਲ ਮੀਡੀਆ ਤੋਂ ਤੁਸੀਂ ਜ਼ਿਕਰ ਕਰ ਰਹੇ ਹੋ। ਨਹੀਂ, ਸੋਸ਼ਲ ਮੀਡੀਆ ਵੀ ਪਲੈਨਡ ਮੀਡੀਆ ਵਾ, ਜਿਹਦੇ ਲਈ ਸਰਕਾਰ ਨੂੰ ਅਸੀਂ ਕਿੰਨੀ ਵਾਰ ਸ਼੍ਰੋਮਣੀ ਕਮੇਟੀ ਕੋਲੇ, ਸਾਡੇ ਕੋਲ ਇੰਨਾ ਬੰਡਲ ਹੋਏਗਾ, ਅਸੀਂ ਉਹਨਾਂ ਨੂੰ ਸਾਈਟਾਂ ਦੱਸਦੇ ਹਾਂ, ਉਹ ਤਾਂ ਲੋਕ ਦੱਸਦੇ ਹਾਂ ਜਿਹੜੇ ਆ ਉਹਨਾਂ ਵਾਸਤੇ ਵੀ ਇਹ ਇੰਟੈਂਸ਼ਨਲੀ ਸਿਰਫ ਸਿੱਖਾਂ ਦਾ ਵਿਰੋਧ ਕਰਦੇ ਆ। ਉਹ ਖਾਲਿਸਤਾਨੀਆਂ ਦੀ ਗੱਲ ਕੋਈ ਘੱਟ ਕਰਦਾ, ਉਹ ਸਿੱਖਾਂ ਦਾ ਵਿਰੋਧ ਕਰਦੇ ਆ। ਸਿੱਖਾਂ ਦਾ ਵਿਰੋਧ ਕਰਨ ਦਾ ਮਤਲਬ ਕਿਉਂ ਹੈ? ਅੱਜ ਦੀ ਤਰੀਕ ਦੇ ਵਿੱਚ ਇਸ ਗੱਲ ਨੂੰ ਕਿਉਂ ਪ੍ਰੋਜੈਕਟ ਕੀਤਾ ਜਾਂਦਾ? ਨਿੱਜਰ ਦੇ ਉੱਤੇ ਸਟੈਂਡ ਕੀ ਹੈ ਐਸਜੀਪੀਸੀ ਦਾ? ਨਿੱਜਰ ਦਾ ਕੀ ਹੈ? ਨਿੱਜਰ ਕੈਨੇਡਾ ਕਹਿੰਦਾ ਸਾਡਾ ਨਾਗਰਿਕ ਹੈ, ਇੰਡੀਆ ਕਹਿੰਦਾ ਕਿ ਇੱਥੇ ਭਗੌੜਾ ਅੱਤਵਾਦੀ ਹੈ। ਅਸੀਂ ਕਹਿੰਦੇ ਆ ਜੇ ਤੁਹਾਡਾ ਭਗੌੜਾ ਅੱਤਵਾਦੀ ਆ, ਤੁਸੀਂ ਉੱਤੇ ਕੇਸ ਕਰੋ। ਤੁਸੀਂ ਅੱਜ ਦਾਊਦ ਬੈਠਾ ਵਾ, ਹਰ ਮੈਚ ਦੇ ਵਿੱਚ ਉਹਦੀ ਫੋਟੋ ਆਉਂਦੀ ਆ, ਜਦੋਂ ਕਿ ਕ੍ਰਿਕਟ ਦਾ ਉਹਨੇ ਕਿੰਨਾ ਕੁਛ ਕੀਤਾ, ਕਿੰਨੇ ਸੀਰੀਅਲ ਬਲਾਸਟ ਕੀਤੇ, ਕਿੰਨਾ ਕੁਛ ਕੀਤਾ, ਦੇਸ਼ ਨੂੰ ਬਰਬਾਦ ਕਰਨ ਦੇ ਰਾਹ ਤੁਰਿਆ, ਪਤਾ ਵਾ ਸਾਰਾ ਕੁਝ। ਉਸ ਨੂੰ ਤਾਂ ਅੱਜ ਤੱਕ ਅਸੀਂ ਉਂਗਲ ਨਹੀਂ ਲਾ ਸਕੇ। ਤੇ ਮੈਂ ਇਹ ਗੱਲ ਕਰਦਾ ਕਿ ਨਿੱਜਰ ਦੇ ਖਿਲਾਫ ਤੁਹਾਡੇ ਕੋਲ ਸਬੂਤ ਹੈ, ਤੁਸੀਂ ਉਹਦੇ ਖਿਲਾਫ ਕੇਸ ਕਰੋ। ਤੁਹਾਡੇ ਕੋਲ ਇੰਟਰਨੈਸ਼ਨਲ ਕੋਰਟ ਹੈ ਸਰ, 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਹਨਾਂ ਦੇ ਕੋਲੇ ਕੋਰਟਸ ਹੈ, ਸਾਡੇ ਕੋਲੇ, ਉਹਦੇ ਖਿਲਾਫ ਤੁਸੀਂ ਕਰੋ। ਅਸੀਂ ਕਦੋਂ ਇਹ ਕਹਿੰਦੇ ਆ ਵੀ ਤੁਸੀਂ ਉਹ ਤੋਂ 10 ਲੱਖ ਦਾ ਨਾਮ ਚੱਕ ਦਿਓ? ਤੁਹਾਡੇ ਮੁਤਾਬਕ ਤੁਸੀਂ ਦੇਖੋ, ਬੰਦੀ ਸਿੰਘ ਸਾਡੇ, ਅਸੀਂ ਇਹ ਤਾਂ ਨਹੀਂ ਕਿਹਾ ਜਿਹੜਾ ਇਹਨਾਂ ਦੀ ਸਜ਼ਾ ਮਾਫ ਕਰ ਦਿਓ। ਤੁਸੀਂ ਦੇਸ਼ ਦੀ ਅਦਾਲਤ ਨੇ ਉਹਨੂੰ ਸਜ਼ਾ ਦਿੱਤੀ, ਅਸੀਂ ਤਾਂ ਕਿਹਾ ਜਿਹੜੀ ਸਜ਼ਾ ਪੂਰੀ ਕਰ ਚੁੱਕਿਆ ਉਹਨੂੰ ਮਾਫ ਕਰੋ, ਉਹਨੂੰ ਰਿਹਾ ਕਰੋ, ਹੱਕ ਹੈ ਸਾਡਾ। ਇਸ ਕਰਕੇ ਨਿੱਜਰ ਦਾ ਉੱਥੇ ਮਾਰਿਆ ਜਾਣਾ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ ਇਹ ਕਹਿਣਾ ਕਿ ਇਸ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ, ਉਹਦੇ ਨਾਲ ਇਸ ਗੱਲ ਦਾ ਹੰਗਾਰਾ ਅਮਰੀਕਾ ਦਾ ਭਰਨਾ
ਜਿਹੜੇ ਫਾਈਵ ਆਈਜ਼ ਆ ਉਹ ਇਸ ਗੱਲ ਲਈ ਖੜਦੇ ਨੇ। ਤੇ ਤੁਸੀਂ ਮੈਨੂੰ ਦੱਸੋ ਕਿ ਉਹਦੇ ਨਾਲ ਸਾਡੇ ਤੁਸੀਂ ਇਹ ਸਮਝਦੇ ਹੋ ਕਿ ਭਾਰਤ ਦੀ ਸਰਕਾਰ ਕਹਿੰਦੀ ਕਿ ਨਹੀਂ ਅਸੀਂ ਨਹੀਂ ਕੀਤਾ, ਚਲੋ ਮਤਲਬ ਵਿਸ਼ਵਾਸ ਨਹੀਂ ਤੁਹਾਨੂੰ ਲੱਗਦਾ ਕਿ ਜੇ ਇੰਡੀਅਨ ਗਵਰਨਮੈਂਟ ਨੇ ਡਿਨਾਈ ਕਰ ਦਿੱਤਾ ਤਾਂ ਠੀਕ ਹੈ, ਜੇ ਅਸੀਂ ਉਹਨਾਂ ਦੇ ਪ੍ਰਧਾਨ ਮੰਤਰੀ ਦੀ ਮੰਨ ਰਹੇ ਹਾਂ ਤਾਂ ਸਾਡੀ ਸਰਕਾਰ ਦੀ ਵੀ ਗੱਲ ਅਸੀਂ ਮੰਨਾਂਗੇ। ਅਸੀਂ ਕਹਿੰਦੇ ਆ ਚੰਗਾ ਹੋਵੇ ਕਿ ਇਹ ਗੱਲ ਨਾ ਹੋਵੇ, ਪਰ ਜਿਸ ਕਦਰ ਉਸ ਗੱਲ ਨੂੰ ਪੁੱਟ ਕੀਤਾ ਜਾ ਰਿਹਾ ਆਉਣ ਵਾਲੇ ਦਿਨ 'ਚ ਅਸੀਂ ਵੇਟ ਕਰ ਰਹੇ ਹਾਂ। ਪਰ ਉਹਦੇ ਨਾਲ ਹੋਇਆ ਕੀ, ਦੇਖੋ ਇੱਕ ਮਿੰਟ ਗੱਲ ਸੁਣੋ, ਐਡੀ ਨਹੀਂ ਗੱਲ ਹੈ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ, ਮੈਂ ਉਦੋਂ ਦਾ ਨਾਗਰਿਕ ਨਹੀਂ ਹੈਗਾ, ਮੈਥੋਂ ਕੁਝ ਨਹੀਂ ਲੈਣਾ, ਮੇਰਾ ਕੋਈ ਵੀਜ਼ਾ ਨਹੀਂ, ਮੇਰਾ ਕੋਈ ਬੱਚਾ ਨਹੀਂ, ਮੇਰਾ ਕੋਈ ਰਿਸ਼ਤੇਦਾਰ ਹੋ ਸਕਦੇ ਆ, ਮੈਨੂੰ ਕੋਈ ਉੱਥੇ ਮੇਰ ਨਹੀਂ ਹੈਗੀ, ਪਰ ਉੱਥੇ ਬੈਠੇ ਇੱਕ ਸਿੱਖ ਦਾ ਕਤਲ ਹੋਣਾ ਤੇ ਸਾਰੀ ਦੁਨੀਆ 'ਚ ਬੈਠੇ ਜਿਹੜੇ ਸਿੱਖ ਆ ਉਹਨਾਂ ਦੇ ਮਨ ਦੇ ਵਿੱਚ ਭੈ ਪੈਦਾ, ਉਹਨਾਂ ਦਾ ਪੋਲੀਟੀਕਲ ਸਟੰਟ ਨਹੀਂ ਹੋ ਸਕਦਾ। ਇਹ ਮੈਂ ਕਹਿ ਨਹੀਂ ਸਕਦਾ ਜਿੰਨੀ ਦੇਰ ਹਾਲੇ ਉਹਨਾਂ ਕੋਲ ਐਨਡੀਪੀ ਦੀਆਂ ਸੀਟਾਂ ਆਪਾਂ ਸਾਰੇ ਬਹੁਤ ਡਿਸਕਸ ਆਲਰੇਡੀ ਕਰ ਚੁੱਕੇ ਹਾਂ, ਤਾਂ ਫਿਰ ਐਸਜੀਪੀਸੀ ਕਿਉਂ ਇਸ ਤਰੀਕੇ ਨਾਲ ਉਸ ਪੂਰੇ ਐਂਗਲ ਨੂੰ ਦੇਖਦੀ ਹੈ? ਨਹੀਂ ਦੇਖੋ, ਅਸੀਂ ਤਾਂ ਜਿਹੜੀ ਫਿਕਰਮੰਦੀ ਇਹ ਕੀਤੀ ਆ ਕਿ ਉਹਦੇ ਬਿਆਨ ਦਾ ਅਰਥ ਜਿਹੜਾ ਵਾ ਬੜਾ ਡੂੰਘਾ ਵਾ। ਜੇ ਉਹ ਗੱਲ ਹੈਗੀ ਆ ਮਤਲਬ ਪਾਰਲੀਮੈਂਟ 'ਚ ਬੋਲੇ ਇਸ ਕਰਕੇ ਤੁਹਾਨੂੰ ਜ਼ਿਆਦਾ ਵਜ਼ਨਦਾਰ ਲੱਗ ਰਿਹਾ। ਦੇਖੋ ਇੱਕ ਪ੍ਰਧਾਨ ਮੰਤਰੀ ਆ, ਦੂਜਾ ਅਮਰੀਕਾ, ਉਹ ਇਹ ਗੱਲ ਕਹਿ ਰਿਹਾ ਕਿ ਉਹਨੂੰ ਜਿਹੜੀ ਇਨਪੁਟ ਅਸੀਂ ਦਿੱਤੀ ਆ। ਤੀਸਰੀ ਗੱਲ ਮੈਂ ਇੱਕ ਪੁਆਇੰਟ ਐਡ ਕਰ ਦਵਾਂ, ਦੇਖੋ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਨਾ ਉਹ ਵੀ ਵਰਲਡ ਦੇ ਵਿੱਚ ਬਹੁਤ ਮਸ਼ਹੂਰ ਨੇ ਕਿ ਜਿਹੜੀਆਂ ਖਾਸ ਤੌਰ ਤੇ ਏਸ਼ੀਆ ਜਾਂ ਸਾਊਥ ਏਸ਼ੀਆ ਦੀਆਂ ਕੰਟਰੀ ਇੰਡੀਆ ਵਰਗੀਆਂ ਉੱਠ ਰਹੀਆਂ ਨੇ, ਉਹਨਾਂ ਨੂੰ ਬਹੁਤਾ ਹਜ਼ਮ ਨਹੀਂ ਹੁੰਦਾ, ਉਹ ਤਾਂ ਕੋਈ ਪੁਆਇੰਟ ਲੱਭਦੀਆਂ ਨੇ ਕਿ ਇਹਨਾਂ ਨੂੰ ਦੱਬਿਆ ਜਾਵੇ। ਤੁਹਾਨੂੰ ਲੱਗਦਾ ਕਿ ਉਹਨਾਂ ਦੇ ਹੱਥ ਪੁਆਇੰਟ ਲੱਗਿਆ ਹੋਇਆ, ਜਾਂ ਇੱਕ ਕੰਟਰੀ ਨੇ ਕਹਿ ਦਿੱਤਾ, ਅਮਰੀਕਾ ਉਹਦੀ ਸਪੋਰਟ ਦੇ ਵਿੱਚ ਉਤਰਿਆ ਹੈ ਕਿ ਕੋਈ ਗੱਲ ਨਹੀਂ, ਗੁਆਂਢੀ ਮੁਲਕ ਹੈ ਸਾਡਾ, ਅਸੀਂ ਇਸ ਦੀ ਸਪੋਰਟ 'ਚ ਆ ਕੇ ਖੜ ਜਾਈਏ, ਤਾਂ ਇੱਕ ਤਰੀਕੇ ਨਾਲ ਇੰਡੀਆ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ। ਹੁਣ ਮੈਂ ਇੱਕ ਤੁਹਾਨੂੰ ਵੀ ਸਵਾਲ ਕਰਦਾ, ਤੁਹਾਡਾ ਚੈਨਲ ਜਿਹੜਾ ਵਾ ਬੜਾ ਸਭ ਤੋਂ ਮਸ਼ਹੂਰ ਚੈਨਲ ਆ ਤੇ ਤੁਸੀਂ ਇੱਕ ਬੈਲੈਂਸ ਬਣਾ ਕੇ ਚੱਲਦੇ ਹੋ, ਤੁਸੀਂ ਮੈਨੂੰ ਇਹ ਦੱਸੋ ਕਿ ਹਾਲੇ ਤੱਕ ਤੁਹਾਨੂੰ ਵੀ ਪੁਸ਼ਟੀ ਨਹੀਂ ਤੇ ਮੈਨੂੰ ਵੀ ਪੁਸ਼ਟੀ ਨਹੀਂ ਹੈਗੀ, ਪਰ ਇਹ ਗੱਲ ਦਾ ਤੁਸੀਂ ਮੈਨੂੰ ਜਵਾਬ ਦਿਓਗੇ ਕਿ ਹਾਂ ਜੇ ਹਿੰਦੁਸਤਾਨ ਦੀਆਂ ਏਜੰਸੀਆਂ ਦੀ ਸ਼ਮੂਲੀਅਤ ਪਾਈ ਗਈ ਤਾਂ ਇਹ ਗੱਲ ਗਲਤ ਹੋਊਗੀ? ਬਿਲਕੁਲ ਗਲਤ। ਮਤਲਬ ਕਿਸੇ ਆਪਾਂ ਤਾਂ ਡਾਇਰੈਕਟਲੀ ਕਹਿ ਰਹੇ ਨਾ ਕਿ ਜੇ ਨਿੱਜਰ ਤੇ ਵੀ ਇਲਜ਼ਾਮ ਹੈ, ਕਤਲ ਉਸਦਾ ਕਿਸੇ ਨੇ ਵੀ ਕੀਤਾ ਉਹ ਗਲਤ ਹੈ, ਕਿ ਉਹ ਕਾਨੂੰਨ ਦੇ ਮੁਤਾਬਿਕ ਸਜ਼ਾ ਮਿਲੇ ਜੋ ਮਿਲਣੀ ਚਾਹੀਦੀ। ਬਿਲਕੁਲ ਇਹੋ ਅਸੀਂ ਵੀ ਇਹੀ ਕਹਿ ਰਹੇ ਹਾਂ, ਸ਼੍ਰੋਮਣੀ ਕਮੇਟੀ ਵੀ ਇਹੀ ਕਹਿ ਰਹੀ ਹੈ। ਕਦੋਂ ਅਸੀਂ ਝੰਡਾ ਚੱਕ ਕੇ ਇਹ ਗੱਲ ਕਹਿੰਦੇ ਆ ਕਿ ਜਿਹੜਾ ਟਰੂਡੋ ਬਹੁਤ ਸਹੀ ਆ ਜੀ ਤਾਂ ਹਿੰਦੁਸਤਾਨ ਗਲਤ ਆ? ਅਸੀਂ ਇਹ ਗੱਲ ਕਰਦੇ ਆ ਨਾ, ਉਸ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਉੱਠੇ ਕਿ ਮਤਾ ਪਾਉਣ ਦੀ ਜ਼ਰੂਰਤ ਕੀ ਸੀ। ਮਤਾ ਦਾ ਮਤਲਬ ਇਹ ਆ ਕਿ ਜਿਹੜਾ ਕੁਝ ਉਹਨੇ ਕਿਹਾ ਉਸ ਗੱਲ ਲਈ ਅਸੀਂ ਫਿਕਰਮੰਦੀ ਆ, ਅਸੀਂ ਫਿਕਰਮੰਦੀ ਕਰ ਰਹੇ ਹਾਂ ਕਿ ਜਿਹੜੀ ਉਹਦੇ ਬਿਆਨਬਾਜ਼ੀ ਹੈ ਉਹਦੇ ਇੱਕ ਡੂੰਘੇ ਅਰਥ ਹੈ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਸ ਦਾ ਨਿਰਣਾ ਹੋਵੇ। ਅਸੀਂ ਕਦੋਂ ਚਾਹਾਂਗੇ? ਬੀਜੇਪੀ ਕਹਿੰਦੀ ਦੇਖੋ ਤੁਸੀਂ ਮਤਾ ਨਹੀਂ ਪਾਇਆ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ, ਮਤਾ ਨਹੀਂ ਪਾਇਆ ਤੁਸੀਂ ਜਦੋਂ ਐਮਬੈਸੀ ਦੇ ਉੱਤੇ ਕੋਈ ਝੰਡੇ ਦੇ ਨਾਲ ਉੱਥੇ ਝੰਡੇ ਨੂੰ ਉਤਾਰ ਦਿੱਤਾ ਗਿਆ ਜਾਂ ਫਾੜ ਦਿੱਤਾ ਗਿਆ ਤਿਰੰਗੇ ਝੰਡੇ ਨੂੰ, ਤੁਸੀਂ ਉਸ ਸਮੇਂ ਕੋਈ ਮਤਾ ਨਹੀਂ ਪਾਇਆ, ਜੇ ਟਰੂਡੋ ਦੇ ਮਸਲੇ ਤੇ ਤੁਸੀਂ ਮਤਾ ਪਾ ਰਹੇ। ਉਹ ਮਸਲਾ ਇੱਕ ਸਿੱਖ ਦੇ ਕਤਲ ਦਾ ਹੈ। ਮੈਂ ਇੱਕ ਉਹਨਾਂ ਦਾ ਜ਼ਿੰਮੇਵਾਰ ਅਹੁਦੇਦਾਰ ਹੋਣ ਦੇ ਨਾਤੇ ਮੈਂ ਬੋਲ ਰਿਹਾ ਨਾ ਕਿ ਐਮਬੈਸੀ ਦੇ ਉੱਤੇ ਜਿਹੜਾ ਕੁਝ ਹੋਇਆ ਸਾਨੂੰ ਨਹੀਂ ਚੰਗਾ ਲੱਗਦਾ। ਮਤਾ ਨਹੀਂ ਪਾਇਆ ਕਹਿੰਦੇ ਨਹੀਂ, ਮਤਾ ਉਹਦੇ ਮਤੇ ਦੀ ਲੋੜ ਨਹੀਂ ਹੈਗੀ, ਕਿਉਂਕਿ ਜਦੋਂ ਸਿੱਖ ਇਸ਼ੂ ਆਏਗਾ ਸ਼੍ਰੋਮਣੀ ਕਮੇਟੀ ਹਿੰਦੁਸਤਾਨ ਤੇ ਕੈਨੇਡਾ ਦੇ ਕਿਸੇ ਵੀ ਦੇਸ਼ ਨਾਲ, ਪਾਕਿਸਤਾਨ ਨਾਲ, ਕਿਸੇ ਦੇਸ਼ ਨਾਲ ਕੋਈ ਸੰਬੰਧ ਨੇ, ਕੋਈ ਵਪਾਰਕ ਸੰਬੰਧ ਨੇ, ਕੋਈ ਉਹਨਾਂ ਦੇ ਕੂਟਨੀਤਿਕ ਆਪਦੇ ਮਸਲੇ ਨੇ, ਉਹਨਾਂ ਲਈ ਸ਼੍ਰੋਮਣੀ ਕਮੇਟੀ ਨਹੀਂ ਪਾਏਗੀ। ਸ਼੍ਰੋਮਣੀ ਕਮੇਟੀ ਤਾਂ ਸਿੱਖਾਂ ਦੀ ਗੱਲ ਨੂੰ, ਜਿੱਥੇ ਸਿੱਖ ਜਿਹੜਾ ਆਪਣੇ ਆਪ ਨੂੰ ਫਿਕਰਮੰਦ ਹੈ, ਸਿੱਖਾਂ ਤੇ ਕਿਸੇ ਤਰ੍ਹਾਂ ਦਾ ਹਮਲਾ ਹੋ ਰਿਹਾ ਤੇ ਉਸ ਗੱਲ ਲਈ ਅਸੀਂ ਪਾਵਾਂਗੇ ਤੇ ਉਹ ਸਾਡਾ ਹੱਕ ਵੀ ਆ ਤੇ ਸਾਡੇ ਤੋਂ ਆਸ ਵੀ ਕਰਦੇ। ਤੁਸੀਂ ਬੇਸਿਕਲੀ ਨਿੱਜਰ ਦੇ ਹੱਕ ਦੇ ਵਿੱਚ ਇਸ ਕਰਕੇ ਖੜੇ ਹੋ ਕਿਉਂਕਿ ਉਹ ਸਿੱਖ ਹੈ, ਸਿੱਖ ਸੀ, ਬੜਾ ਕਲੀਅਰ ਹੈ। ਖਾਲਿਸਤਾਨ ਦੇ ਮਸਲੇ ਦੇ ਉੱਤੇ ਐਸਜੀਪੀਸੀ ਦਾ ਕੀ ਸਟੈਂਡ ਹੈ? ਮੈਂ ਕਲੀਅਰ ਕਰ ਚੁੱਕਾ ਵੀ ਅਸੀਂ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੇਗੇ, ਅਸੀਂ ਖਾਲਿਸਤਾਨੀ ਨਹੀਂ ਹੈਗੀ, ਪਰ ਜਿਹੜਾ ਕੋਈ ਖਾਲਿਸਤਾਨ ਦੀ ਮੂਵਮੈਂਟ ਚੱਲ ਰਹੀ ਆ ਅਸੀਂ ਉਹਦੇ ਖਿਲਾਫ ਨਹੀਂ ਹੈਗੇ। ਖਿਲਾਫ ਇਸ ਕਰਕੇ ਨਹੀਂ ਹੈਗੇ ਕਿ ਜਿਹੜੀ ਉਹਦਾ ਬੇਸ ਆ ਉਹ ਸਿੱਖ ਹੱਕਾਂ ਦੀ ਲੜਾਈ ਤੋਂ ਉੱਠਿਆ ਬੇਸ ਆ ਜੀ। ਇਸ ਕਰਕੇ ਇਹ ਗੱਲ ਠੀਕ ਹੈ ਕਿ ਜਿਹੜੇ ਸਿੱਖਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਵੀ ਜਾ ਰਿਹਾ। ਗੱਲ ਕਲੀਅਰ ਕਰ ਦਈਏ ਕਿ ਅਸੀਂ ਕਿਸੇ ਬੇਦੋਸ਼ੇ ਲੋਕਾਂ ਨੂੰ ਮਾਰੇ ਜਾਣ ਦੇ ਹਮਾਇਤ 'ਚ ਨਹੀਂ, ਕਿਉਂਕਿ ਸਿੱਖ ਫਲਸਫਾ ਇਹ ਗੱਲ ਕਹਿੰਦਾ ਕਿ ਅਸੀਂ ਬੇਦੋਸ਼ੇ ਨੂੰ ਮਾਰਨਾ ਨਹੀਂ ਆ। ਜਿਹੜਾ ਕੋਈ ਜ਼ਾਲਮ ਤੇ ਜਾਬਰ ਆ ਉਸ ਨੂੰ ਕੋਈ ਸਜ਼ਾ ਮਿਲਦੀ ਆ ਤਾਂ ਅਸੀਂ ਉਸ ਨੂੰ ਡਿਨਾਈ ਨਹੀਂ ਕਰਦੇ, ਪਰ ਬੇਦੋਸ਼ੇ ਲੋਕਾਂ ਨੂੰ ਮਾਰਨਾ ਤੇ ਖਾਸ ਤੌਰ ਤੇ ਇਹ ਕਹਿਣਾ ਕਿ ਸਿੱਖ ਜਿਹੜਾ ਹਿੰਦੂ ਨੂੰ ਮਾਰ ਰਿਹਾ, ਅੱਜ ਤੱਕ ਇਤਿਹਾਸ ਦੀ ਹਿਸਟਰੀ ਦੇ ਪੰਨੇ ਵਿੱਚ ਕਿਤੇ ਵੀ ਨਹੀਂ। ਚਲੋ ਟੱਚਵੁੱਡ ਪੰਜਾਬ ਦੇ ਵਿੱਚ ਤਾਂ ਇਸ ਤਰੀਕੇ ਨਾਲ ਨਹੀਂ ਹੋਇਆ। ਜਿਹੜੇ ਉੱਥੇ ਵੀ ਹੈਗੇ ਨੇ, ਕਿਉਂਕਿ ਬਹੁਤ ਸਾਰੇ ਕੈਨੇਡਾ ਅਮਰੀਕਾ ਦੇ ਵਿੱਚ ਆਪਣੇ ਵੀ ਜਾਣਕਾਰ, ਤੁਹਾਡੇ ਵੀ ਹੈਗੇ, ਮੇਰੇ ਵੀ ਹੈਗੇ, ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਨਹੀਂ ਇੱਥੇ ਐਸਾ ਕੋਈ ਮਾਹੌਲ ਨਹੀਂ ਹੈ। ਥੋੜੇ ਜਿਹੇ ਲੋਕ ਇਕੱਠੇ ਹੋ ਕੇ ਕੋਈ ਪ੍ਰੋਟੈਸਟ ਜ਼ਰੂਰ ਕਰ ਦਿੰਦੇ ਨੇ। ਹੁਣ ਕੈਨੇਡਾ ਆਪਾਂ ਨੂੰ ਪਤਾ ਕਿ 10-12 ਲੱਖ ਪੰਜਾਬੀ ਹੋਣੇ ਆ, ਉਹਦੇ ਵਿੱਚੋਂ 2-4 ਹਜ਼ਾਰ ਇਕੱਠੇ ਹੋ ਵੀ ਗਏ ਤਾਂ ਉਹ 1% ਵੀ ਨਹੀਂ ਬਣਦਾ। ਇਹ ਵੀ ਪੁਆਇੰਟ ਹੈ ਨਾ। ਤਾਂ ਗੱਲ ਇਹ ਹੈ ਕਿ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਪ੍ਰੋਟੈਸਟ ਦੀ ਵਜ੍ਹਾ ਦੇ ਨਾਲ ਵੀ ਇੱਕ ਇਮੇਜ ਕ੍ਰੀਏਟ ਹੋ ਰਹੀ ਹੈ ਆਲ ਓਵਰ ਦਾ ਵਰਲਡ, ਉਹਨਾਂ ਨੂੰ ਵੀ ਜ਼ਰੂਰ ਸੋਚਣਾ ਹੋਏਗਾ। ਮੇਰੇ ਦੋ ਛੋਟੇ-ਛੋਟੇ ਸਵਾਲ ਨੇ, ਮੈਂ ਵਾਈਂਡ ਅਪ ਕਰਨਾ ਹੈ। ਪੁਆਇੰਟ ਨੰਬਰ 1 ਕਿ ਜਿਹੜੇ ਕਰੀਬ 38-39% ਹਿੰਦੂ ਰਹਿੰਦੇ ਨੇ, ਕਿ ਉਹਨਾਂ ਬਾਰੇ ਇੱਕ ਗਰਮ ਖਿਆਲੀ ਜਾਂ ਖਾਲਿਸਤਾਨੀ ਨਹੀਂ ਸੋਚ ਰਹੇ? ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਨੇ ਬੜੇ ਆਰਾਮ ਦੇ ਨਾਲ ਪੰਜਾਬ ਚਲੇ ਜਾਓ ਤੁਸੀਂ, ਦਿਨ ਰਾਤ ਕਿਸੇ ਵੀ ਵੇਲੇ ਕੋਈ ਦਿੱਕਤ ਨਹੀਂ ਹੈ ਪੰਜਾਬ 'ਚ। ਇੱਕ ਮੁਹੱਲੇ 'ਚ ਵੜ ਜਾਓ, ਉੱਥੇ 4 ਘਰ ਸਿੱਖਾਂ ਦੇ ਨੇ 4 ਹਿੰਦੂਆਂ ਦੇ, ਕੋਈ ਦਿੱਕਤ ਹੀ ਨਹੀਂ ਹੈ।
ਪਰ ਜਦੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ ਤਾਂ ਉਹਨਾਂ ਦੇ ਵੀ ਟੈਂਸ ਇੱਕ ਮਾਹੌਲ ਇਨਸਿਕਿਉਰਿਟੀ ਅਜੇ ਹੋ ਸਕਦਾ ਕਿ ਅਜਿਹਾ ਕੁਝ ਹੁੰਦਾ ਹੋਵੇ। ਬਹੁਤ ਚੰਗਾ ਸਵਾਲ ਕੀਤਾ ਤੁਸੀਂ। ਇਹ ਸਵਾਲ ਜੇ ਮੈਂ ਕਰਦਾ ਤੇ ਇਸ ਤਰ੍ਹਾਂ ਦੀ ਗੱਲ ਆਉਣੀ ਸੀ ਕਿ ਤੂੰ ਹਊਆ ਖੜਾ ਕਰਦਾ। ਮੈਨੂੰ ਦੱਸੋ ਕਿ ਕੋਈ ਦੌਰ ਲੰਘ ਗਿਆ, ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਸ਼ਰਾਰਤਾਂ ਹੋਈਆਂ, ਉਹਨਾਂ ਨੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰਾਂ ਦਾ ਇੱਕ ਹੱਥਕੰਡਾ ਹੁੰਦਾ ਹੈ ਜੀ, ਸਿੱਖ ਮਾਨਸਿਕਤਾ ਕਿਸੇ ਨੂੰ ਮਾਰਨ ਦੀ ਨਹੀਂ। ਸਿੱਖਾਂ ਨੇ ਕਦੇ ਨਹੀਂ ਕਿਹਾ ਕਿ ਹਿੰਦੂ ਨੂੰ ਮਾਰੋ। ਯਾਰ ਹਿੰਦੂ ਧਰਮ ਦੇ ਵਾਸਤੇ ਤਾਂ ਆਪਣੀ ਕੁਰਬਾਨੀ ਦੇਤੀ, ਇਹ ਤੋਂ ਵੱਡੀ ਗੱਲ ਸਬੂਤ ਕੀ ਹੋ ਸਕਦਾ? ਠੀਕ ਹੈ ਨਾ। ਹੁਣ ਇੱਥੇ ਮੈਂ ਇਹੋ ਹੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਕੋਈ ਹਿੰਦੂ ਦਾ ਮਸਲਾ ਨਹੀਂ। ਹੁਣ ਕੈਨੇਡਾ ਦੇ ਵਿੱਚ ਵੀ ਉੱਥੇ ਜੇ ਉਹ ਪੰਨੂ ਨੇ, ਗੁਰਪਤਵੰਤ ਪੰਨੂ ਨੇ ਇਹ ਗੱਲ ਕਹਿਤੀ ਹੈ ਕਿ ਉੱਥੋਂ ਹਿੰਦੂ ਚਲੇ ਜਾਣ, ਕੀ ਹਿੰਦੂਆਂ ਨੂੰ ਸਾਡੇ ਲੋਕ ਹੀ ਨਹੀਂ ਜਾਣ ਦੇਣਗੇ? ਉੱਥੋਂ ਦੇ ਨਾਗਰਿਕ ਨੇ, ਉਹਨਾਂ ਦਾ ਇੱਕ ਭਾਈਚਾਰਾ ਵਾ, ਹਿੰਦੂ ਦੇ ਖਿਲਾਫ ਕੋਈ ਮਸਲਾ ਨਹੀਂ। ਇਹ ਪਿਛਲਾ ਸੰਘਰਸ਼ ਵੀ ਹਿੰਦੂ ਦੇ ਖਿਲਾਫ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਦੇ ਮੈਂ ਪੰਜਾਬ 'ਚ ਬੈਠੇ ਹਿੰਦੂ ਨੂੰ ਇੱਕ ਦੱਸਣਾ ਚਾਹੁੰਦਾ ਕਿ ਜੋ ਕੁਝ ਵਾਪਰ ਰਿਹਾ ਉਹਦੇ ਨਾਲ ਇਹ ਵਾਪਰ ਰਿਹਾ। ਮੈਂ ਇਹ ਗੱਲ ਕਹੀ ਸੀ, ਸ਼ਾਇਦ ਕਈਆਂ ਨੂੰ ਚੰਗੀ ਨਹੀਂ ਲੱਗੀ, ਕਿ ਅੱਜ ਫੇਰ 84 ਤੋਂ ਪਹਿਲਾਂ ਵਾਲਾ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਪੰਜਾਬ ਦੇ ਅੰਦਰ ਕੋਈ ਐਸੇ ਹਾਲਾਤ ਬਣਨਗੇ, ਦੇਸ਼ ਦੇ ਲੋਕਾਂ ਦੇ ਮਨ 'ਚ ਸਿੱਖਾਂ ਪ੍ਰਤੀ ਨਫ਼ਰਤ ਬਣੇਗੀ, ਪੰਜਾਬ ਦੇ ਹਾਲਾਤ ਮਾੜੇ ਹੋਣਗੇ। ਬਾਰਡਰ ਏਰੀਆ ਵਾ, ਬਾਰਡਰ ਵਾਲਾ ਪਾਰ ਬੈਠਾ ਸਾਡਾ, ਉਹਨੂੰ ਤੁਸੀਂ ਦੁਸ਼ਮਣ ਕਹਿ ਲਓ ਜਾਂ ਮਿੱਤਰ ਕਹਿ ਲਓ, ਕੋਈ ਵਿੱਚ ਵਿਚੋਲਾ ਕਹਿ ਲਓ, ਉਹ ਹਰਕਤ ਕਰੇਗਾ। ਪੰਜਾਬ ਦੇ ਹਾਲਾਤ ਗਏ ਤੇ ਪੰਜਾਬ ਦੇ ਵਿੱਚ ਕਾਰੋਬਾਰ ਦੇ ਜੋ ਪਹਿਲਾਂ ਹਾਲਾਤ ਸੀ ਅੱਜ ਹਾਲੇ ਪੀੜ੍ਹੀ ਤੇ ਨਹੀਂ ਆਏ। ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਰੱਬ ਦਾ ਵਾਸਤਾ ਮੋਦੀ ਸਾਹਿਬ ਨੂੰ, ਉਹਨਾਂ ਦੀ ਪਾਰਟੀ ਨੂੰ ਇਹ ਗੱਲ ਕਹੋ ਕਿ ਇਸ ਤਰ੍ਹਾਂ ਦਾ ਏਜੰਡਾ ਨਾ ਚਲਾਓ ਜਿਹਦੇ 'ਚ ਹਿੰਦੂ ਸਿੱਖ ਦਾ ਮਸਲਾ ਹੋਵੇ, ਤਾਂ ਕਿ ਉਹਦੇ ਨਾਲ ਪੰਜਾਬ ਜਿਹੜਾ ਫੇਰ ਅੱਗ ਦੇ ਚਪੇਟ ਵਿੱਚ ਨਾ ਆਵੇ। ਪੰਜਾਬ 'ਚ ਆਈ ਹੋਈ ਹਾਲਾਤ ਜਿਹੜੇ ਆ ਉਹ ਦੇਸ਼ ਤੇ ਅਸਰ ਕਰਦੇ ਆ। ਇਹ ਗੱਲ ਨਹੀਂ ਹੈਗੀ ਕਿ ਯੂਪੀ ਦੇ ਵਿੱਚ ਕੋਈ ਤੁਹਾਨੂੰ ਲੱਗ ਰਿਹਾ ਕਿ ਉਹ ਦੇਸ਼ ਤੇ ਨਹੀਂ ਅਸਰ, ਇਲੈਕਸ਼ਨ ਫੋਕਸਡ ਹੋ ਰਿਹਾ ਜੋ ਵੀ ਹੋ ਰਿਹਾ। ਬਿਲਕੁਲ 2024 ਦੇ ਹੋ ਰਿਹਾ, ਪਰ ਅਸੀਂ ਚਾਹੁੰਦੇ ਹਾਂ ਕਿ ਇਹ ਨਾ ਹੋਵੇ, ਕਿਉਂਕਿ ਅਸੀਂ ਇਸ ਦੇਸ਼ ਵਿੱਚ ਰਹਿ ਰਹੇ ਹਾਂ। ਇਹ ਸਾਡੀ ਧਰਤੀ ਆ, ਸਿੱਖੀ ਦੀ ਇਹ ਇੱਕ ਬੁਨਿਆਦ ਆ। ਅਸੀਂ ਇਹ 'ਚ ਰਹਿ ਕੇ ਇੱਥੇ ਖੁਸ਼ਹਾਲ ਰਹਿਣਾ ਚਾਹੁੰਦੇ ਹਾਂ। ਜੇ ਪਿੱਛੇ ਸਮੇਂ ਗਲਤ ਫੈਸਲਾ ਕਰਤਾ ਤਾਂ ਵੀ ਅਸੀਂ ਆਪਣੇ ਗੁਰਧਾਮਾਂ ਦੀ ਸੇਵਾ ਵਾਸਤੇ ਆਪਣੇ ਆਪ ਨੂੰ, ਇਹ ਸਾਡਾ ਦੇਸ਼ ਹੈ, ਪੰਜਾਬ ਆ ਸਾਡਾ ਦੇਸ਼ ਹੈ, ਇਸ ਕਰਕੇ ਅਸੀਂ ਰਹਿਣਾ ਚਾਹੁੰਦੇ ਹਾਂ। ਇਸ ਕਰਕੇ ਹਿੰਦੂ ਸਿੱਖ ਦਾ ਵਿਵਾਦ ਬਣਾ ਕੇ ਸਿੱਖ ਦੀ ਕਹੀ ਹੋਈ ਗੱਲ ਨੂੰ ਅੱਤਵਾਦੀ ਤੇ ਵੱਖਵਾਦੀ ਨਾ ਕਰੋ, ਇਹਦੇ ਨਾਲ ਦੇਸ਼ ਦਾ ਕੋਈ ਭਲਾ ਨਹੀਂ ਹੈਗਾ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਬਹੁਤ ਤਫਸੀਲ ਦੇ ਨਾਲ ਬਹੁਤ ਸਾਰੀਆਂ ਮੈਨੂੰ ਲੱਗਦਾ ਕਿ ਗੱਲਾਂ ਹੋਣੀਆਂ, ਅੱਗੇ ਵੀ ਆਪਾਂ ਜ਼ਰੂਰ ਜੁੜਦੇ ਰਹਾਂਗੇ। ਔਰ ਕਈ ਵਾਰ ਜ਼ਰੂਰੀ ਹੁੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਾਂ ਸਵਾਲਾਂ ਨੂੰ ਡਾਇਰੈਕਟਲੀ ਵੀ ਪੁੱਛਿਆ ਜਾਵੇ, ਜਿਸ ਨੂੰ ਲੋਕ ਦਬੀ ਜ਼ੁਬਾਨ ਦੇ ਵਿੱਚ ਪੁੱਛਦੇ ਨੇ, ਜੋ ਮੈਂ ਹਿੰਦੂ ਸਿੱਖ ਵਾਲਾ ਸਵਾਲ ਪੁੱਛਿਆ ਸੀ, ਇਸ ਕਰਕੇ ਜ਼ਰੂਰੀ ਸੀ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ।